दी जालम सरकार ने जख्मी कीता। ये सारा संगतां बड़े चिर तो मंग करदियां सन कि सानू इस पावन सरूप दे खुले दर्शन दीदार कराए जाण। श्रोमणी गुरुद्वारा प्रबंधक कमेटी दी एग्जीक्यूटिव ने ते प्रधान बीबी जगीर कौर जी ने फैसला करके ਸਿੰਘ ਸਾਹਿਬਾਨ ਦੇ ਨਾਲ ਸਲਾਹ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ, ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਹੋਣਾ ਨਾਲ ਇਹ ਅੱਜ 3 ਤਰੀਕ ਨੂੰ ਆਪ ਜੀ ਦੇ ਦਰਸ਼ਨ ਵਾਸਤੇ ਉਸ ਪਾਵਨ ਗੁਰਧਾਮ ਦੇ ਵਿੱਚ ਸੁਭਾਏਮਾਨ ਕੀਤੇ ਗਏ ਨੇ, ਜਿਹੜੇ ਸਾਡੇ ਸਿੱਖ ਇਤਿਹਾਸ ਵਿੱਚ ਬਹੁਤ ਬਹਾਦਰ ਸੂਰਬੀਰ ਅਨਖੀ ਜਰਨੈਲ ਹੋਏ, ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਦੀ 30,000 ਫੌਜ ਦਾ ਇੱਥੇ ਹੀ ਅਕਾਲ ਤਖਤ ਸਾਹਿਬ ਤੇ 30 ਸਿੰਘਾਂ ਨਾਲ ਟੱਕਰਾ ਕੀਤਾ ਸੀ। ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਉਹਨਾਂ ਦੇ ਸਥਾਨ ਤੇ ਆਪ ਜੀ ਨੂੰ ਉਸ ਪਾਵਨ ਸਰੂਪ ਦੇ ਦਰਸ਼ਨ ਕਰਾਏ ਜਾ ਰਹੇ ਨੇ, ਉਸ ਗੋਲੀ ਦੇ ਦਰਸ਼ਨ ਕਰਾਏ ਜਾ ਰਹੇ ਨੇ, ਜਿਹੜੀ ਗੋਲੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕਰ ਗਈ। ਸਾਧ ਸੰਗਤ ਜੀ, ਇਹ ਹਿਰਦਾ ਵਲੂੰਦਰਿਆ ਗਿਆ ਸਮੁੱਚੇ ਸੰਸਾਰ ਦੇ ਵਿੱਚ ਵਸਣ ਵਾਲੇ ਸਿੱਖਾਂ ਦਾ ਕਿ ਗੁਰੂ ਗ੍ਰੰਥ ਸਾਹਿਬ ਤੇ ਸਾਰਿਆਂ ਦਾ ਭਲਾ ਮੰਗਦੇ ਆ। ਇਹ ਤੇ ਸਿੱਖਿਆ ਦਿੰਦੇ ਆ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਜੋ ਸਾਰਿਆਂ ਦਾ ਭਲਾ ਮੰਗਦੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਕਤ ਦੀ ਜ਼ਾਲਮ ਸਰਕਾਰ ਨੇ ਗੋਲੀਆਂ ਮਾਰੀਆਂ। ਤੋ ਅੱਜ ਦੇਸ਼ ਵਿਦੇਸ਼ ਦੀ ਸੰਗਤ ਉਸ ਪਾਵਨ ਸਰੂਪ ਦੇ ਦਰਸ਼ਨ ਕਰ ਰਹੀ ਹੈ। ਉਹ ਗੋਲੀ ਵਿਖਾਈ ਜਾ ਰਹੀ ਹੈ ਜਿਨਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ। ਸਾਧ ਸੰਗਤ, ਇਹ ਜਿਹੜਾ ਇਤਿਹਾਸ ਹੈ ਸਾਨੂੰ ਬਿਆਨ ਕਰਦਿਆਂ ਮਨ ਪਾਟਦਾ ਹੈ, ਮਨ ਦੁਖੀ ਹੁੰਦਾ ਹੈ, ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ ਕਿ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਤੁਹਾਡੇ ਪਾਵਨ ਸਰੂਪ ਨੂੰ ਜ਼ਖਮੀ ਕੀਤਾ ਗਿਆ 4 ਜੂਨ 1984 ਨੂੰ। ਇਹ ਪਾਵਨ ਸਰੂਪ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਗੁੰਬਦ ਦੇ ਵਿੱਚ ਮੌਜੂਦ ਸੀ ਤੇ ਸੰਗਤ ਦੇ ਅੱਜ 3 ਤਰੀਕ ਨੂੰ, ਕੱਲ 4 ਤਰੀਕ ਨੂੰ ਤੇ 5 ਤਰੀਕ ਨੂੰ 3 ਦਿਨ ਆਪ ਜੀ ਦਰਸ਼ਨ ਦੀਦਾਰ ਕਰ ਸਕਦੇ ਹੋ। ਨਾਲ ਨਾਲ ਦਰਸ਼ਨ ਕਰੋ, ਮੱਥਾ ਟੇਕੋ ਤੇ ਨਾਲ ਆਪਣੇ ਪਿਆਰੇ ਸਤਿਗੁਰ ਨੂੰ ਯਾਦ ਕਰਦਿਆਂ ਸਿਮਰਨ ਕਰੋ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰੂ ਘਰ ਵਿੱਚ ਆਪ ਜੀ ਸੈਂਕੜਿਆਂ ਦੀ ਗਿਣਤੀ ਵਿੱਚ ਦਰਸ਼ਨ ਕਰ ਰਹੇ ਹੋ, ਉੱਥੇ ਨਾਲ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੇਜ ਦੇ ਉੱਪਰ ਘਰਾਂ ਵਿੱਚ ਬੈਠੀਆਂ ਸੰਗਤਾਂ ਵੀ ਇਸ ਪਾਵਨ ਸਰੂਪ ਦੇ ਗੋਲੀ ਦੇ ਵੀ ਦਰਸ਼ਨ ਕਰ ਰਹੀਆਂ ਨੇ, ਗੋਲੀ ਨੂੰ ਵੀ ਵੇਖ ਰਹੀਆਂ ਨੇ ਜਿਸ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ। ਨਾਲ ਨਾਲ ਸੰਗਤ ਜੀ ਦਰਸ਼ਨ ਕਰੇ ਚੱਲੋ ਤੇ ਨਾਲ ਨਾਲ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ, ਗਿਆਨੀ ਸਰਬਜੀਤ ਸਿੰਘ ਜੀ ਢੋਡੀਆਂ ਆਪ ਜੀ ਨੂੰ ਇਸ ਪਾਵਨ ਬੀੜ ਦਾ ਇਤਿਹਾਸ ਦਰਸਾਈ ਜਾਣਗੇ ਕਿ ਕਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ 4 ਜੂਨ 1984 ਦੇ ਵਿੱਚ ਵਕਤ ਦੀ ਜ਼ਾਲਮ ਸਰਕਾਰ ਨੇ ਗੋਲੀਆਂ ਮਾਰੀਆਂ। ਉਸ ਪਾਵਨ ਬੀੜ ਦੇ ਤੁਹਾਨੂੰ ਦਰਸ਼ਨ ਕਰਵਾਏ ਜਾ ਰਹੇ ਨੇ। ਮੈਂ ਬੇਨਤੀ ਕਰਾਂਗਾ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ ਜੀ ਨੂੰ ਵੀ, ਕਿਉਂਕਿ ਸੰਗਤਾਂ ਘਰਾਂ ਵਿੱਚ ਬੈਠੀਆਂ ਵੀ ਦਰਸ਼ਨ ਕਰ ਰਹੀਆਂ ਨੇ, ਆਪ ਜੀ ਕਿਰਪਾ ਕਰਕੇ ਇਹ ਸਾਰਾ ਇਤਿਹਾਸ ਸੰਗਤ ਨਾਲ ਸਾਂਝਾ ਕਰੋ ਜੀ। ਸਤਿਨਾਮ ਸਤਿਨਾਮ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਜੀ, ਹਰੇਕ ਸਿੱਖ ਨੂੰ ਇਸ ਗੱਲ ਦੀ ਜਾਣਕਾਰੀ ਹੈ, ਜਾਣਕਾਰੀ ਵੀ ਹੈ, ਦੁੱਖ ਵੀ ਬਹੁਤ ਹੈ ਕਿ ਜੂਨ 1984 ਵਿੱਚ ਹਿੰਦੁਸਤਾਨ ਦੀ ਸਰਕਾਰ ਵੱਲੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਤੋਪਾਂ ਨਾਲ, ਟੈਂਕਾਂ ਨਾਲ, ਫੌਜਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹਮਲਾ ਕੀਤਾ ਗਿਆ, ਜਿੱਥੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਬੀਬੀਆਂ ਨੂੰ ਸ਼ਹੀਦ ਕੀਤਾ ਗਿਆ, ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ ਸ਼ਹੀਦ ਕੀਤਾ ਗਿਆ। ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲ ਅੰਧਾਧੁੰਦ ਗੋਲਾਬਾਰੀ ਕੀਤੀ ਗਈ। ਇੱਕ ਗੋਲੀ 4 ਜੂਨ ਨੂੰ ਦੱਖਣ ਵਾਲੇ ਪਾਸੇ ਜਿਹੜੀ ਡਿਉੜੀ ਸਾਹਿਬ ਹੈ ਉਸ ਪਾਸੇ ਤੋਂ ਗੋਲੀ ਆਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਆਪ ਜੀ ਦੀਦਾਰ ਕਰ ਰਹੇ ਹੋ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਸ ਵੇਲੇ ਜਿਹੜੇ ਅਬਦਾਲੀ ਦੀਆਂ ਫੌਜਾਂ ਨਾਲ ਲੜ ਕੇ ਸ਼ਹਾਦਤ ਪ੍ਰਾਪਤ ਕਰ ਗਏ ਸਨ, ਅੱਜ ਇਸ ਪਾਵਨ ਅਸਥਾਨ ਤੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ। ਇਸੇ ਹੀ ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਸਰੂਪ ਵਿੱਚ ਇੱਕ ਗੋਲੀ ਦੱਖਣੀ ਡਿਉੜੀ ਵਾਲੇ ਪਾਸੇ ਤੋਂ ਆਣ ਕੇ ਵੱਜੀ, ਪਵਿੱਤਰ ਜਿਲਦ ਨੂੰ ਚੀਰਦੀ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 90 ਅੰਗ ਜ਼ਖਮੀ ਕਰਕੇ ਅੱਗੇ ਨਿਕਲ ਗਈ ਔਰ ਉੱਥੇ ਆਣ ਕੇ ਗੋਲੀ ਖੜ ਗਈ, ਜਿੱਥੇ ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਹੈ ਔਰ 6ਵੀਂ ਪੌੜੀ ਹੈ, ਚਰਨ ਸਾਧ ਕੇ ਤੋਏ ਤੋਏ ਪੀਓ। ਉਹ ਜਿਹੜੀ ਗੋਲੀ ਜਿਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜ਼ਖਮੀ ਕੀਤਾ, ਉਹ ਗੋਲੀ ਵੀ ਇਸ ਪਾਸੇ ਆਪ ਦੀਦਾਰ ਕਰ ਸਕਦੇ ਹੋ। ਸੱਚਖੰਡ ਵਾਹਿਗੁਰੂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਹੋਰੀ ਉਸ ਗੋਲੀ ਦੇ ਦਰਸ਼ਨ ਕਰਵਾ ਰਹੇ ਹਨ, ਜਿਸ ਗੋਲੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਿਰਦੇ ਨੂੰ ਜ਼ਖਮੀ ਕੀਤਾ। ਉਸ ਦਿਨ 4 ਜੂਨ 1984 ਸੀ। 90 ਅੰਗਾਂ ਤੱਕ ਹਜ਼ੂਰ ਦੇ ਪਾਵਨ ਅੰਗਾਂ ਨੂੰ ਜ਼ਖਮੀ ਕੀਤਾ ਹੈ ਇਸ ਗੋਲੀ ਨੇ। ਜਦੋਂ ਹਰ ਸਾਲ ਜੂਨ ਦਾ ਮਹੀਨਾ ਹੁੰਦਾ ਹੈ, ਖਾਸ ਤੌਰ ਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਗੁਰੂ ਨਾਨਕ ਨਾਮ ਵੇਲਾ ਕੋਈ ਵੀ ਜਿਹੜਾ ਸਿੱਖ ਹੈ ਉਹ ਬੜਾ ਵੈਰਾਗੀ ਹੋ ਕੇ ਇਹ 6 ਦਿਨ ਬੜੇ ਔਖੇ ਬਤੀਤ ਕਰਦਾ ਹੈ। ਜਿਵੇਂ ਹਰ ਸਾਲ ਸਾਡੇ ਅੱਲੇ ਜ਼ਖਮਾਂ ਨੂੰ ਉਧੇੜਿਆ ਜਾਂਦਾ ਹੋਵੇ, ਜਿਵੇਂ ਸਾਡੇ ਅੱਲੇ ਜ਼ਖਮਾਂ ਤੇ ਲੂਣ ਪਾਇਆ ਜਾਂਦਾ ਹੋਵੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਜ਼ਖਮੀ ਹੋਏ ਹਨ, ਇਹ ਉਸ ਵੇਲੇ ਦੀ ਹਕੂਮਤ ਦੀ ਕਰਤੂਤ, ਉਸ ਵੇਲੇ ਦੀ ਹਕੂਮਤ ਦਾ ਜ਼ੁਲਮ ਬਿਆਨ ਕਰਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਸਾਡੇ ਉਸ ਗੁਰੂ ਸਾਹਿਬ ਨੂੰ ਸ਼ਰਣੀ ਕੀਤਾ, ਜਿਹੜੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ। ਉਸ ਗੁਰੂ ਸਾਹਿਬ ਨੂੰ ਗੋਲੀਆਂ ਮਾਰੀਆਂ ਗਈਆਂ, ਜਿਹੜੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਕੋ ਬੈਰੀ ਨਹੀਂ ਬਿਗਾੜਨਾ ਸਗਲ ਸੰਗ ਹਮਕੋ ਬਣਾਈ। ਉਸ ਗੁਰੂ ਸਾਹਿਬ ਜੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ, ਜਿਹੜੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਭੇ ਸਾਂਝੀ ਵਾਲ ਸਦਾਇਨ ਤੋ ਕਿਸੇ ਨਾ ਦਿਸੇ ਬਾਰਾ ਜੀ। ਅੱਜ ਸੰਸਾਰ ਤੇ ਮਹਾਮਾਰੀ ਫੈਲੀ ਹੋਈ ਹੈ ਕਰੋਨਾ ਵਾਇਰਸ ਦੀ। ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਵੀ ਉਪਦੇਸ਼ ਔਰ ਅਰਦਾਸ ਕਰਦੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੈ ਉਬਰੈ ਤਿਤੈ ਲਿਹੋ ਉਬਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਹਨ, ਇਹ ਸਾਰੀ ਮਨੁੱਖਤਾ ਨੂੰ ਗਲਵਕੜੀ ਵਿੱਚ ਲੈਂਦੇ ਹਨ। ਕੋਈ ਕਿਸੇ ਜਾਤ ਦਾ ਹੋਵੇ, ਕੋਈ ਨਸਲ ਹੋਵੇ, ਕੋਈ ਦੇਸ਼ ਹੋਵੇ, ਕੋਈ ਉਹਦੀ ਜਾਤ ਪਾਤ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਆਪਣੀ ਗਲਵਕੜੀ ਵਿੱਚ ਲੈਂਦੇ ਨੇ ਔਰ ਅਸੀਸਾਂ ਦਿੰਦੇ ਹਨ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦਾ, ਸਾਧ ਸੰਗਤ ਉਸ ਗੁਰੂ ਸਾਹਿਬ ਜੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ, ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ
ਜੇ ਕੋ ਸਾਨੂੰ ਪੁੱਛ ਲੇ ਤੁਹਾਡਾ ਗੁਰੂ ਕੌਣ ਹੈ, ਤੇ ਉਹਦਾ ਜਵਾਬ ਬੜਾ ਸੌਖਾ ਹੈ, ਸਾਡਾ ਗੁਰੂ ਹੈ ਬਾਣੀ, ਗੁਰੂ ਗੁਰੂ ਹੈ ਬਾਣੀ। ਜੇ ਕੋ ਸਾਨੂੰ ਪੁੱਛ ਲੇ ਤੁਹਾਡਾ ਰੱਬ ਕਿਹੜਾ ਹੈ, ਤੇ ਇਹਦਾ ਜਵਾਬ ਬੜਾ ਛੋਟਾ ਜਿਹਾ ਸੌਖਾ ਜਵਾਬ ਹੈ, ਸਾਡਾ ਰੱਬ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਏ। ਸਾਡਾ ਗੁਰੂ ਵੀ ਇਹੀ ਹੈ, ਸਾਡਾ ਰੱਬ ਵੀ ਇਹੀ ਹੈ। ਇਸੇ ਦੇ ਲੜ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਾਂਦੇੜ ਸਾਹਿਬ ਦੀ ਧਰਤੀ ਤੇ ਹਜ਼ੂਰ ਦੀ ਬਾਹ ਫੜਾ ਆਏ। ਸਾਡੀ ਬਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫੜਾ ਕੇ ਗਏ ਸਨ। ਅੱਜ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰੇ ਸਿੱਖਾਂ ਦੇ ਜਿਹੜੇ ਜ਼ਖਮ ਹਨ ਉਹ ਉਧੜ ਜਾਂਦੇ ਹਨ। ਨਮਕ ਜਿਵੇਂ ਕੋਈ ਛਿੜਕ ਰਿਹਾ ਹੋਵੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਐਗਜ਼ੈਕਟਿਵ ਕਮੇਟੀ ਨੇ, ਮਾਨਯੋਗ ਪ੍ਰਧਾਨ ਸਾਹਿਬ ਜੀ ਹੋਰਾਂ ਨੇ, ਬੀਬੀ ਜੀ ਹੋਰਾਂ ਨੇ ਪੰਥ ਦੀ ਰਾਏ ਮੁਤਾਬਕ ਇਹ ਫੈਸਲਾ ਕੀਤਾ ਹੈ। ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 37 ਸਾਲ ਹੋ ਗਏ। ਸਿੱਖ ਬੜੀ ਇੱਛਾ ਰੱਖਦੇ ਸਨ ਸਾਨੂੰ ਉਸ ਗੁਰੂ ਸਾਹਿਬ ਜੀ ਦੇ ਦੀਦਾਰ ਕਰਵਾਓ, ਜਿਨ੍ਹਾਂ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਨੇ ਜ਼ਖਮੀ ਕੀਤਾ। ਔਰ ਖਾਲਸਾ ਪੰਥ ਦੀ ਇੱਛਾ ਮੁਤਾਬਕ ਪੰਥ ਨੇ ਫੈਸਲਾ ਕੀਤਾ ਹੈ ਕਿ ਅੱਜ 3 ਜੂਨ ਤੋਂ ਲੈ ਕੇ 5 ਜੂਨ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰਵਾਏ ਜਾ ਰਹੇ ਹਨ। ਅੱਜ ਸਵੇਰ ਤੋਂ ਜਿਵੇਂ ਸਵੇਰੇ ਬੜਾ ਵੱਡਾ ਪੰਥ ਇਕੱਠਾ ਹੋਇਆ ਸੀ, ਇਸ ਤਰ੍ਹਾਂ ਹੁਣ ਵੀ ਸੰਗਤਾਂ ਦਾ ਆਉਣ ਜਾਣ ਬੇਸ਼ੁਮਾਰ ਹੈ। 5 ਜੂਨ ਤੱਕ ਇਸੇ ਤਰ੍ਹਾਂ ਦੀਦਾਰ ਕਰਵਾਏ ਜਾਣਗੇ। ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੋਰੀ ਉਹ ਉਸ ਗੋਲੀ ਦੇ ਦੀਦਾਰ ਕਰਵਾ ਰਹੇ ਹਨ ਜਿਸ ਗੋਲੀ ਨੇ ਸਾਡੇ ਹਜ਼ੂਰ ਨੂੰ ਸ਼ਰਣੀ ਕੀਤਾ ਔਰ ਜ਼ਖਮੀ ਕੀਤਾ। ਸਾਧ ਸੰਗਤ ਯਾਦ ਰੱਖੀਏ 1 ਜੂਨ ਵਾਲੇ ਦਿਨ ਇਸ ਜ਼ਾਲਮ ਹਕੂਮਤ ਨੇ ਗੋਲੀ ਚਲਾਈ ਔਰ ਭਾਈ ਮਹਿੰਗਾ ਸੇ ਬੱਬਰ ਸ਼ਹਾਦਤ ਪ੍ਰਾਪਤ ਕਰ ਗਏ। 4 ਸਿੰਘ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਦੇ ਜਥੇ ਦੇ ਸ਼ਹੀਦ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਇੰਸਪੈਕਟਰ ਸਰਦਾਰ ਬਲਵਿੰਦਰ ਸਿੰਘ ਸ਼ਹਾਦਤ ਪ੍ਰਾਪਤ ਕਰ ਗਿਆ। ਕੁਝ ਯਾਤਰੂ ਸ਼ਹਾਦਤ ਪ੍ਰਾਪਤ ਕਰ ਗਏ। 11 ਸਿੰਘ ਸ਼ਹਾਦਤ ਪ੍ਰਾਪਤ ਕਰ ਗਏ ਔਰ 2 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਔਰ ਗਿਆਨੀ ਸਾਹਿਬ ਸਿੰਘ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਹੋਰਾਂ ਨੇ 5 ਸਿੰਘ ਸਾਹਿਬਾਨਾਂ ਨੇ ਫਿਰ ਜਿੱਦਣ 11 ਸਿੰਘਾਂ ਦਾ ਸੰਸਕਾਰ ਕੀਤਾ ਗਿਆ, ਸੰਸਕਾਰ ਤੋਂ ਬਾਅਦ ਫਿਰ 5 ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕੀਤਾ। ਅਸੀਂ ਜੁਝਾਰੂ ਸਿੰਘਾਂ ਨੂੰ ਆਦੇਸ਼ ਦਿੰਦੇ ਹਾਂ, ਜਿਵੇਂ ਸ਼ਾਂਤਮਈ ਸਿੰਘਾਂ ਤੇ ਗੋਲੀਆਂ ਚਲਾ ਕੇ ਸਾਡੇ 11 ਸਿੰਘ ਸ਼ਹੀਦ ਕਰ ਦਿੱਤੇ ਹਨ। ਕੌਮ ਦੇ ਜਥੇਦਾਰਾਂ ਨੇ 5 ਸਿੰਘ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕੀਤਾ। ਜੁਝਾਰੂ ਸਿੰਘਾਂ ਨੂੰ ਅਸੀਂ ਆਦੇਸ਼ ਦਿੰਦੇ ਹਾਂ ਔਰ ਉਹਨਾਂ ਨੂੰ ਹੁਕਮ ਵੀ ਕਰਦੇ ਹਾਂ। ਵਰਤੀਆਂ ਜਾਂਦੀਆਂ ਦੂਸਰੇ ਦੇਸ਼ਾਂ ਵਾਸਤੇ ਹਿੰਦੁਸਤਾਨ ਦੀ ਤਵਾਰੀਖ ਵਿੱਚ ਜਿਉਂ ਵੀ ਭਾਰਤ ਆਜ਼ਾਦ ਹੋਇਆ 1947 ਵਿੱਚ, 1947 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਭਾਰਤ ਸਰਕਾਰ ਦੇ ਟੈਂਕ ਆਪਣੀ ਹੀ ਪਬਲਿਕ ਤੇ ਆਪਣੀ ਹੀ ਲੋਕਾਈ ਤੇ ਆਪਣੀ ਹੀ ਜਨਤਾ ਤੇ ਆਪਣੀ ਪ੍ਰਜਾ ਤੇ ਅੰਧਾਧੁੰਦ ਔਰ ਗੋਲਾਬਾਰੀ ਕਰੇ। ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈ ਢੇਰੀ ਕਰ ਦਿੱਤਾ ਗਿਆ। ਇਹ ਸਿੱਖਾਂ ਨੂੰ ਨਾ ਭੁੱਲ ਸਕਦਾ, ਨਾ ਹੀ ਭੁਲਾਇਆ ਜਾ ਸਕਦਾ ਹੈ। ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੋਰੀ ਅੱਜ ਸਵੇਰ ਦੇ ਹੀ ਦਰਸ਼ਨ ਦੀਦਾਰ ਕਰਵਾ ਰਹੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਜਿਲਦ ਜ਼ਖਮੀ ਹੋਈ ਸੀ, ਇਹ ਆਪ ਦੀ ਦਰਸ਼ਨ ਦੀਦਾਰ ਕਰ ਰਹੇ ਹੋ। ਸਿੰਘ ਸਾਹਿਬ ਜੀ ਦੇ ਹੱਥ ਵਿੱਚ ਉਹ ਗੋਲੀ ਵੀ ਹੈ ਤੇ ਬੇਨਤੀ ਹੈ ਮੀਡੀਆ ਰਾਹੀਂ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ। ਆਪ ਜੀ ਟੀਵੀ ਚੈਨਲਾਂ ਤੇ ਵੀ ਦੀਦਾਰ ਕਰ ਸਕਦੇ ਹੋ ਇਸ ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ। ਸਾਧ ਸੰਗਤ ਗੁਰੂ ਮਹਾਰਾਜ ਕਿਰਪਾ ਕਰਨ। ਇਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨਗਰਾਂ ਵਿੱਚ ਜਾ ਕੇ, ਆਪਣੇ ਪਿੰਡਾਂ ਵਿੱਚ ਜਾ ਕੇ ਵੀ ਆਖੋ ਭਾਈ ਟੀਵੀ ਚੈਨਲਾਂ ਤੇ ਵੀ ਉਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਦੀਦਾਰ ਕਰੋ। ਹਾਂ, ਹੁਣ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਜੀ ਇੰਟਰਵਿਊ ਦੇ ਰਹੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀਦਾਰ ਕਰ ਰਹੇ ਹਾਂ, ਉਹਨਾਂ ਦੇ ਬਾਰੇ ਕੁਝ ਵਿਚਾਰ ਸਾਂਝੇ ਕਰਨਗੇ। ਟੀਵੀ ਚੈਨਲ ਵਾਲੇ ਆਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਕਾਰਯੋਗ ਸਾਧ ਸੰਗਤ ਜੀ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ ਉਸ ਪਾਵਨ ਸਰੂਪ ਦੇ ਜੋ 4 ਜੂਨ 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਸੀ। ਜਦੋਂ ਆਪਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਵੇਰੇ ਦਰਸ਼ਨ ਕਰਦੇ ਹਾਂ, ਟੀਵੀ ਦੇ ਮਾਧਿਅਮ ਰਾਹੀਂ ਜਾਂ ਖੁਦ ਪਹੁੰਚ ਕੇ, ਕਿੰਨੀ ਲੱਖਾਂ ਦੀ ਗਿਣਤੀ ਅੰਦਰ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਹਨਾਂ ਦਾ ਮੁੱਖ ਵਾਕ ਸਰਵਣ ਕਰਨ ਦੇ ਲਈ। ਸੰਗਤਾਂ ਆਪ ਮੁਹਾਰੇ ਪੜ ਰਹੀਆਂ ਹੁੰਦੀਆਂ ਨੇ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸਤਿਗੁਰੂ ਜੀ ਆਪ ਜੀ ਆਪਣਾ ਦਰਸ਼ਨ ਦਿਓ ਤੇ ਉਹ ਵੇਲਾ ਧਨ ਹੈ ਜਦੋਂ ਅਸੀਂ ਤੁਹਾਡੇ ਦਰਸ਼ਨ ਕਰ ਲਈਏ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਸਾਧ ਸੰਗਤ ਜੀ, ਜਦੋਂ 4 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪਾਵਨ ਸਰੂਪ ਚੱਲਿਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ, ਉਸ ਦਿਨ ਭਾਰਤ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਦੀ ਵਰਖਾ ਕੀਤੀ ਤੇ ਇੱਕ ਗੋਲੀ ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਉਹ ਗੋਲੀ ਹੈ ਜੋ ਸਾਧ ਸੰਗਤ ਜੀ ਦੱਸਦਿਆਂ ਵੀ ਦੁੱਖ ਹੋ ਰਿਹਾ। ਇਹ ਉਹ ਗੋਲੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕਰ ਗਈ। ਇਹ ਉਹ ਅਭਾਗਣ ਗੋਲੀ, ਮਾੜੀ ਗੋਲੀ ਜਿਨਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ। ਸਾਧ ਸੰਗਤ, ਇਹ ਕਾਂਡ ਅੱਜ ਤੋਂ 37 ਸਾਲ ਪਹਿਲਾਂ ਵਾਪਰਿਆ। ਸੰਗਤਾਂ ਦਰਸ਼ਨ ਕਰਨਾ ਚਾਹੁੰਦੀਆਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਸ ਸਰੂਪ ਦੇ ਜਿਹੜੀ ਜੂਨ 1984 ਦੇ ਵਿੱਚ ਪ੍ਰਕਾਸ਼ ਸੀ। ਕਿ ਕਿਵੇਂ ਇਹ ਕਾਂਡ ਵਾਪਰਿਆ, ਅੱਜ ਦੇ ਬੱਚਿਆਂ ਨੂੰ ਇਹ ਇਤਿਹਾਸ ਦੀ ਜਾਣਕਾਰੀ ਦੇਣ ਲਈ, ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਆਪਣਾ ਇਤਿਹਾਸ ਦੱਸਣ ਲਈ ਕਿ ਇਹ ਇਤਿਹਾਸ ਕੇਵਲ ਕਿਤਾਬਾਂ ਦੇ ਵਿੱਚ ਨਹੀਂ ਹੈ, ਇਹ ਹਕੀਕਤ ਹੈ, ਇਹ ਪ੍ਰਤੱਖ ਹੈ। ਜੋ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਕੋਈ ਕਥਾ ਕਹਾਣੀਆਂ ਐਵੇਂ ਬਨਾਵਟੀ ਨਹੀਂ ਬਣਾਈਆਂ ਗਈਆਂ, ਇਹ ਹਕੀਕਤ ਤੌਰ ਤੇ ਵਾਪਰਿਆ। ਜੂਨ 1984 ਦੇ ਅੰਦਰ ਬੜੇ ਪਿਆਰ ਨਾਲ ਸੰਗਤਾਂ ਸਵੇਰੇ ਸਵੇਰ ਪ੍ਰਕਾਸ਼ ਕਰਦੀਆਂ ਨੇ ਤੇ ਜਿਹੜੀ ਜਗ੍ਹਾ ਤੇ ਅੱਜ ਭੈਣਾਂ ਬੈਠ ਕੇ ਕੀਰਤਨ ਸੁਣਦੀਆਂ ਨੇ, ਹਰਮੰਦਰ ਸਾਹਿਬ ਉਸ ਦਰਵਾਜ਼ੇ ਥਾਣੀ, ਦੱਖਣੀ ਦਰਵਾਜ਼ੇ ਥਾਣੀ ਇਹ ਗੋਲੀ ਆਈ ਤੇ ਇਹ ਗੋਲੀ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੱਗੀ। ਇਸ ਗੋਲੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜ਼ਖਮੀ ਕਰ ਦਿੱਤਾ। ਇਹ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਿਲਦ ਸਾਰੀ ਜ਼ਖਮੀ ਹੋਈ ਹੈ ਤੇ ਕੱਲੀ ਜਿਲਦ ਜ਼ਖਮੀ ਨਹੀਂ ਹੋਈ, ਇਸ ਦੇ ਅੰਦਰ ਜੋ ਪਾਵਨ ਅੰਗ ਨੇ 90 ਅੰਗ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜ਼ਖਮੀ ਹੋ ਗਏ। ਦੁੱਖ ਨਾਲ ਦੱਸਣਾ ਪੈਂਦਾ, ਹਿਰਦਾ ਰੋਂਦਾ ਹੈ, ਅੱਖਾਂ ਰੋਂਦੀਆਂ ਨੇ, ਦਿਲ ਪਾਟਦਾ ਹੈ। ਇਹ ਇਤਿਹਾਸ ਦੱਸਦਿਆਂ ਸਾਧ ਸੰਗਤ, ਜਿੱਥੇ ਸੁਖਮਨੀ ਸਾਹਿਬ ਦੀ ਬਾਣੀ ਤੋਂ ਸੰਗਤਾਂ ਆਨੰਦ ਮਾਣਦੀਆਂ, 16ਵੀਂ ਅਸ਼ਟਪਦੀ ਚੱਲ ਰਹੀ ਸੀ। 16ਵੀਂ ਅਸ਼ਟਪਦੀ ਦੇ ਵਿੱਚ 6ਵੀਂ ਪੌੜੀ ਬਚਨ ਆਉਂਦੇ ਨੇ, ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ। ਉਸ ਪਾਵਨ ਪੰਕਤੀਆਂ ਤੱਕ ਇਹ ਗੋਲੀ ਪਹੁੰਚੀ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ਖਮੀ ਕੀਤਾ। ਅੱਜ ਤੋਂ 37 ਸਾਲ ਪਹਿਲਾਂ 4 ਜੂਨ 1984 ਨੂੰ ਸੰਗਤਾਂ ਦੀ ਪਰਜੋਰ ਮੰਗ ਤੇ ਜੋ ਆਪ ਜੀ ਦੀ ਪ੍ਰਮੁੱਖ ਸੰਸਥਾ ਹੈ, ਪਿਆਰੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਮਾਨਯੋਗ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ, ਸਮੁੱਚੀ ਐਗਜ਼ੈਕਟਿਵ ਨੇ ਫੈਸਲਾ ਕੀਤਾ
ਕਿ ਹੁਣ ਘੱਲੂਘਾਰਾ ਦਿਵਸ ਚੱਲ ਰਿਹਾ। 1 ਜੂਨ ਤੋਂ ਲੈ ਕੇ 6 ਜੂਨ ਤੱਕ ਇਹ ਘੱਲੂਘਾਰਾ ਦਿਵਸ ਮਨਾਇਆ ਜਾਂਦਾ। ਸੰਗਤਾਂ ਆ ਕੇ ਆਪਣੇ ਮਹਾਨ ਸੂਰਬੀਰਾਂ ਨੂੰ ਯਾਦ ਕਰਦੀਆਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਬਾਬਾ ਠਾਹਰਾ ਸਿੰਘ ਜੀ, ਜਰਨਲ ਸ਼ਬੀਗ ਸਿੰਘ ਜੀ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਕਿੰਨੇ ਉਹ ਗੁਰੂ ਕੇ ਮਹਾਨ ਲਾਲ ਨੇ ਜਿਨ੍ਹਾਂ ਨੇ ਆਪਣੇ ਗੁਰਧਾਮਾਂ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਜਿੱਥੇ ਉਹਨਾਂ ਮਰਜੀਵੜੇ ਸਿੰਘਾਂ ਨੂੰ ਯਾਦ ਕੀਤਾ ਜਾਂਦਾ, ਉਥੇ ਆਰ ਕੇ ਪਹਿਲੀ ਵਾਰ ਇਤਿਹਾਸ ਦੇ ਵਿੱਚ 37 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਫੈਸਲਾ ਕੀਤਾ ਕਿ ਆ ਜਿਹੜੇ ਬੱਚੇ ਨੇ, ਜਿਹੜੇ ਹੁਣ ਤੁਸੀਂ ਦੇਖ ਰਹੇ ਹੋ, ਆ ਛੋਟੇ ਛੋਟੇ ਬੱਚੇ, ਇਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ, ਕਿਉਂ ਨਾ ਇਹ ਪ੍ਰਤੱਖ ਸਤਿਗੁਰ ਦੇ ਦਰਸ਼ਨ ਕਰਵਾਏ ਜਾਣ। ਸੰਗਤਾਂ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਦਰਸ਼ਨ ਕਰ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਸ ਪਾਵਨ ਸਰੂਪ ਦੇ ਜੋ 4 ਜੂਨ 1984 ਨੂੰ ਪ੍ਰਕਾਸ਼ਮਾਨ ਸੀ। ਸੰਗਤ ਜੀ, ਜ਼ਾਲਮ ਸਰਕਾਰ ਵੱਲੋਂ ਜ਼ਖਮੀ ਕੀਤਾ ਗਿਆ। ਦਰਸ਼ਨ ਕਰੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ, ਤੇ ਪਿਆਰ ਦੇ ਵਿੱਚ, ਸਤਿਗੁਰ ਦੇ ਪਿਆਰ ਵਿੱਚ ਆ ਕੇ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸੰਗਤ ਜੀ, ਕੌਮ ਦੇ ਪ੍ਰਚਾਰਕ ਸਹਿਬਾਨ ਆਪ ਜੀ ਨੂੰ ਜਿੱਥੇ ਇਤਿਹਾਸ ਦੱਸ ਰਹੇ ਨੇ, ਉਥੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਵੀ ਕਰਵਾ ਰਹੇ ਨੇ। ਪਹਿਲਾਂ ਗਿਆਨੀ ਜਸਵਿੰਦਰ ਸਿੰਘ ਜੀ ਸ਼ਹੂਰ ਜੀ ਨੇ ਆਪ ਜੀ ਨੂੰ ਦਰਸ਼ਨ ਦੀਦਾਰ ਕਰਾਏ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਸਰਬਜੀਤ ਸਿੰਘ ਜੀ ਢੋਟੀਆਂ, ਉਹ ਆ ਕੇ ਹੁਣ ਆਪ ਜੀ ਨੂੰ ਸਾਰਾ ਇਤਿਹਾਸ ਵੀ ਦੱਸਣਗੇ ਤੇ ਨਾਲ ਨਾਲ ਪਾਵਨ ਸਰੂਪ ਦੇ ਦਰਸ਼ਨ ਦੀਦਾਰ ਕਰਾਉਣਗੇ। ਪਿਆਰ ਨਾਲ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ। ਸਤਿਨਾਮ ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਗਿਆਨੀ ਜਗਦੇਵ ਸਿੰਘ ਜੀ, ਮੁੱਖ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸੰਗਤਾਂ ਨੂੰ ਇਸ ਪਾਵਨ ਬੀੜ ਦੇ ਇਤਿਹਾਸ ਬਾਰੇ ਦੱਸ ਰਹੇ ਸਨ। ਸਾਧ ਸੰਗਤ ਜੀ, ਗੁਰਬਾਣੀ ਦਾ ਫਰਮਾਨ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਮਨੁੱਖਤਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਇਹ ਪਾਵਨ ਬੀੜ 4 ਜੂਨ ਨੂੰ ਪ੍ਰਕਾਸ਼ਮਾਨ ਸੀ, ਤੇ ਜਦੋਂ 1 ਜੂਨ ਤੋਂ 6 ਜੂਨ ਤੱਕ ਲਗਾਤਾਰ 1984 ਦੇ ਵਿੱਚ ਉਸ ਵੇਲੇ ਦੀ ਸੈਂਟਰ ਦੀ ਹਕੂਮਤ ਹਿੰਦ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਅਨੇਕਾਂ ਸਿੰਘ ਸਿੰਘਣੀਆਂ ਨੇ ਸ਼ਹਾਦਤ ਦੇ ਜਾਮ ਪ੍ਰਾਪਤ ਕੀਤੇ, ਔਰ ਮਾਸੂਮ ਦੁੱਧ ਚੁੰਗਦੇ ਬੱਚੇ ਤੱਕ ਉਸ ਵੇਲੇ ਦੀ ਸਰਕਾਰ ਨੇ ਨਹੀਂ ਬਖਸ਼ੇ। ਡਾਕਟਰ AR ਦਰਸ਼ੀ ਸਾਬਕਾ ਅਫਸਰ ਹੈ,
ਉਹ ਆਪਣੀ ਕਿਤਾਬ ਜਾਂਬਾਜ਼ ਰਾਖਾ ਵਿੱਚ ਲਿਖਦਾ ਹੈ ਕਿ ਜਦੋਂ 1984 ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ, ਉਹਦੇ ਚੋਂ ਬਹੁਤ ਸਾਰੀਆਂ ਬੱਚਿਆਂ ਦੇ ਦੁੱਧ ਚੁੰਘਣ ਵਾਲੀਆਂ ਸ਼ੀਸ਼ੀਆਂ ਵੀ ਮਿਲੀਆਂ। ਉਹਦਾ ਕਾਰਨ ਕੀ ਕਿ ਦੁੱਧ ਚੁੰਘਦੇ ਜਿਹੜੇ ਮਾਸੂਮ ਬੱਚੇ ਉਹ ਨਹੀਂ ਬਖਸ਼ੇ ਗਏ। ਉਹ ਘਰ, ਜਿਸ ਘਰ ਦੇ ਵਿੱਚੋਂ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ, ਉਹ ਘਰ ਜਿਹੜਾ ਕਦੇ ਕਿਸੇ ਬਗਾਨੇ ਦੀਆਂ ਅੱਖਾਂ 'ਚ ਵੀ ਹੰਝੂ ਨਹੀਂ ਵੇਖ ਸਕਦਾ। ਸਾਧ ਸੰਗਤ, ਉਸ ਰੂਹਾਨੀਅਤ ਦੇ ਕੇਂਦਰ ਤੇ ਇਸ ਤਰੀਕੇ ਦੇ ਨਾਲ ਗੋਲੀਆਂ ਚਲਾਉਣੀਆਂ, ਇਹ ਉਸ ਵੇਲੇ ਦੀ ਇੱਕ ਬਹੁਤ ਵੱਡੀ ਸ਼ਰਮਨਾਕ ਘਟਨਾ, ਜਿਹਨੂੰ ਆਉਣ ਵਾਲਾ ਇਤਿਹਾਸ, ਆਉਣ ਵਾਲੀਆਂ ਪੀੜ੍ਹੀਆਂ ਕਦੇ ਵੀ ਮੁਆਫ ਨਹੀਂ ਕਰਨਗੀਆਂ। ਸੋ 37 ਸਾਲ ਹੋ ਗਏ ਨੇ। 37 ਸਾਲ ਬਾਅਦ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ, ਉਹਨਾਂ ਨੇ ਸਮੁੱਚੀ ਐਗਜ਼ੈਕਟਿਵ ਕਮੇਟੀ ਦੇ ਨਾਲ ਇਹ ਫੈਸਲਾ ਕੀਤਾ ਕਿ 37 ਸਾਲ ਤੋਂ ਇਹ ਪਾਵਨ ਸਰੂਪ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੰਭਾਲਿਆ ਹੋਇਆ ਹੈ। ਜਿੱਥੇ ਇਹ ਵੀ ਸਰੂਪ ਹੈ, ਉੱਥੇ ਨਾਲ ਹੀ ਜੋ ਸ਼੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਸਮੇਂ ਜਿਸ ਸਰੂਪ ਦੇ ਵਿੱਚ ਗੋਲੀਆਂ ਵੱਜੀਆਂ ਸੀ, ਉਹ ਵੀ ਪਾਵਨ ਸਰੂਪ ਇੱਥੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੈ। ਪਰ ਅੱਜ ਜੋ ਆਪ ਜੀ ਨੂੰ ਦਰਸ਼ਨ ਕਰਾਏ ਜਾ ਰਹੇ ਨੇ, ਇੱਧਰ ਉਹ ਖੂਨੀ ਗੋਲੀ ਹੈ। ਉਹ ਕਿੱਦਾਂ ਦੇ ਕਲਹਿਣੇ ਹੱਥ ਹੋਣਗੇ, ਖੂਨ ਵਿੱਚ ਰੰਗੇ ਹੱਥ ਹੋਣਗੇ, ਜਿਨ੍ਹਾਂ ਹੱਥਾਂ ਦੇ ਨਾਲ ਇਹ ਗੋਲੀ ਨਿਕਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਭੀੜ ਵਿੱਚ ਵੱਜੀ। ਔਰ ਹਰਿਮੰਦਰ ਸਾਹਿਬ ਦੀ ਜੋ ਦੱਖਣ ਵਾਲੀ ਬਾਈ ਹੈ, ਜਿੱਥੇ ਸਾਡੀਆਂ ਭੈਣਾਂ ਬੈਠ ਕੇ ਕੀਰਤਨ ਸਰਵਣ ਕਰਦੀਆਂ ਨੇ, ਉਧਰ ਦੀ ਗੋਲੀ ਆਈ ਤੇ ਇਹ ਗੋਲੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਾਧ ਸੰਗਤ ਜੀ ਧੱਸ ਗਈ। ਤਤਕਰੇ ਤੋਂ ਲੈ ਕੇ ਤੇ ਸੁਖਮਨੀ ਸਾਹਿਬ ਜੀ ਦੇ ਪਾਠ ਤੱਕ, ਚਰਨ ਸਾਧ ਕੇ ਧੋਏ ਧੋਏ ਪੀਓ, ਇੱਥੋਂ ਤੱਕ ਸਾਧ ਸੰਗਤ ਜੀ ਇਹ ਗੋਲੀ ਦਾ ਅਸਰ ਗਿਆ। ਤੋ ਇਹ ਸਾਡਾ ਕੌਮੀ ਸਰਮਾਇਆ ਹੈ। ਆਉਣ ਵਾਲੀਆਂ ਪੀੜ੍ਹੀਆਂ ਜਦੋਂ ਵੀ ਇਸ ਪਾਵਨ ਬੀੜ ਦੇ ਦਰਸ਼ਨ ਕਰਨਗੀਆਂ, ਸਾਡੀ ਕੌਮ ਦੇ ਬੱਚਿਆਂ ਨੂੰ, ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਇਹ ਪਤਾ ਲੱਗੇਗਾ ਕਿ ਇੱਕ ਆਜ਼ਾਦ ਇਸ ਭਾਰਤ ਦੇ ਅੰਦਰ ਇੱਕ ਫੌਜ ਜਿਹੜੀ ਸਮਗਰੀ ਦੂਜੇ ਦੇਸ਼ ਤੇ ਹਮਲਾ ਕਰਨ ਵਾਸਤੇ ਵਰਤਦੀ ਹੈ, ਉਹ ਚਾਹੇ ਟੈਂਕ ਨੇ, ਤੋਪਾਂ ਨੇ, ਹੋਰ ਗੋਲੀ ਅਸਲਾ ਬਰੂਦ ਹੈ, ਜਿਹੜਾ ਇੱਕ ਦੇਸ਼ ਦੂਜੇ ਦੇਸ਼ ਤੇ ਹਮਲਾ ਕਰਨ ਵਾਸਤੇ ਵਰਤਦਾ ਹੈ, ਉਹ ਉਹਨਾਂ ਸਿੱਖਾਂ ਤੇ ਵਰਤਿਆ ਗਿਆ ਜਿਨ੍ਹਾਂ ਸਿੱਖਾਂ ਨੇ ਇਸ ਭਾਰਤ ਨੂੰ ਸਾਧ ਸੰਗਤ ਜੀ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਇਆ। ਸਾਡੀ ਗਿਣਤੀ 2% ਹੈ, ਪਰ 2% ਹੋਣ ਦੇ ਬਾਵਜੂਦ ਜਿਹੜੀਆਂ ਸਾਡੀਆਂ ਕੁਰਬਾਨੀਆਂ ਨੇ ਉਹ 90% ਤੋਂ ਵੀ ਵੱਧ ਹਨ। ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਲਿਖਦਾ ਹੈ ਕਿ ਇੱਕੋ ਮੌਤ ਪੰਜਾਬਣ ਹੈ ਜੱਗ ਉੱਤੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ, ਕਿ ਇਹ ਪੰਜਾਬ ਦੀ ਉਹ ਮਹਾਨ ਪਵਿੱਤਰ ਧਰਤੀ ਹੈ ਕਿ ਜਦੋਂ ਵੀ ਕਿਤੇ ਸਾਧ ਸੰਗਤ ਜੀ ਜ਼ੁਲਮ ਹੋਇਆ, ਜਦੋਂ ਵੀ ਕਿਤੇ ਇਸ ਭਾਰਤ ਵੱਲ ਕਿਸੇ ਹਮਲਾਵਰ ਨੇ ਮੈਲੀ ਅੱਖ ਨਾਲ ਵੇਖਿਆ, ਤੇ ਇਸ ਭਾਰਤ ਦੀ ਰਾਖੀ ਬਦਲੇ ਸਾਡੇ ਸਿੱਖ ਭਰਾਵਾਂ ਨੇ ਆਪਣਾ ਆਪ ਨਿਸ਼ਾਵਰ ਕੀਤਾ। ਅੱਜ ਵੀ ਜੇ ਕਿਤੇ ਸਿੱਖ ਫੌਜੀ ਭਾਰਤ ਦੀ ਸਰਹੱਦ ਤੇ ਨਾ ਹੋਣ, ਤੇ ਮੈਂ ਦਾਅਵੇ ਨਾਲ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਕਹਿ ਸਕਦਾ ਕਿ ਇਸ ਦੇਸ਼ ਨੂੰ ਕਦੇ ਦਾ ਕਿਸੇ ਦੂਸਰੇ ਦੇਸ਼ ਨੇ ਜਿੱਤ ਲਿਆ ਹੁੰਦਾ ਜਾਂ ਆਪਣੇ ਚੋਂ ਸਮਾ ਲਿਆ ਹੁੰਦਾ। ਅੱਜ ਵੀ ਭਾਰਤ ਦੀਆਂ ਸਰਹੱਦਾਂ ਤੇ ਉਹ ਸਿੱਖ ਹੀ ਨੇ ਜਿਹੜੇ ਆਪਣੀ ਪਹਿਰੇਦਾਰੀ ਨਿਭਾ ਰਹੇ ਹਨ। ਸੋ ਇਸ ਕਰਕੇ ਜਿੰਨੀਆਂ ਵੀ ਮੂਵਮੈਂਟਾਂ ਉੱਠੀਆਂ, ਜਿੰਨੀਆਂ ਵੀ ਲਹਿਰਾਂ ਉੱਠੀਆਂ, ਉਹ ਚਾਹੇ ਗਦਰ ਲਹਿਰ ਸੀ, ਉਹ ਚਾਹੇ ਕਾਮਾਗਾਟਾ ਮਾਰੂ ਵਾਲੇ ਸਿੱਖ ਸਨ, ਚਾਹੇ ਉਹ ਸਾਧ ਸੰਗਤ ਜਲਿਆਂਵਾਲਾ ਬਾਗ ਦਾ ਕਾਂਡ ਸੀ, ਤੁਸੀਂ ਕੋਈ ਵੀ ਕੱਢ ਕੇ ਵੇਖ ਲਓ, ਅਕਾਲੀ ਲਹਿਰ, ਤੋਪਾਂ ਨਾਲ ਬੰਨ ਕੇ ਉਡਾਇਆ ਗਿਆ। ਭਾਰਤ ਦੀ ਆਜ਼ਾਦੀ ਦਾ ਜਦੋਂ ਜਦੋਂ ਇਤਿਹਾਸ ਅੱਗੇ ਆਵੇਗਾ ਤੇ ਉਸ ਵੇਲੇ ਸਿੱਖਾਂ ਦੀ ਕੁਰਬਾਨੀ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਪਰ ਇਸ ਭਾਰਤ ਦੇਸ਼ ਦੇ ਅੰਦਰ ਸਿੱਖ ਅੱਜ ਵੀ ਗੁਲਾਮੀ ਦੀ ਪੀੜਾ ਜਿਹੜੀ ਆ ਉਹ ਸਹਿ ਰਹੇ ਆ। ਜਦੋਂ ਸਾਡੇ ਤੇ ਵੱਖਵਾਦੀ, ਅੱਤਵਾਦੀ ਦਾ ਲੇਬਲ ਲਾਇਆ ਜਾਂਦਾ ਹੈ, ਪਰ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ, ਉਹ ਜਦੋਂ ਜਦੋਂ ਵੀ ਇਸ ਪਾਵਨ ਬੀੜ ਦੇ ਦਰਸ਼ਨ ਕਰਨਗੀਆਂ ਤੇ ਹਿੰਦ ਹਕੂਮਤ ਦੇ ਵਿਰੁੱਧ ਮਨ ਵਿੱਚ ਉਬਾਲ ਉੱਠਦਾ ਰਹੇਗਾ, ਤੇ ਉੱਠਣਾ ਵੀ ਚਾਹੀਦਾ ਹੈ, ਕਿਉਂਕਿ ਇਹ ਉਹ 84 ਦਾ ਮਹਾਨ ਸਾਕਾ ਹੈ, ਘੱਲੂਘਾਰਾ ਹੈ, ਜਿਹਨੂੰ ਕਦੇ ਵਾਸਤੇ ਵੀ ਭੁਲਾਇਆ ਨਹੀਂ ਜਾ ਸਕਦਾ। ਘੱਲੂਘਾਰੇ ਦਾ ਅਰਥ ਹੁੰਦਾ ਹੈ ਘੇਰਾਬੰਦੀ ਕਰਕੇ ਕਿਸੇ ਕੌਮ ਨੂੰ ਯੋਜਨਾਬੱਧ ਤਰੀਕੇ ਨਾਲ ਖਤਮ ਕਰਨਾ। ਕਿਉਂਕਿ ਆਮ ਕਰਕੇ ਅਸੀਂ ਇਹ ਸ਼ਬਦ ਵਰਤ ਦਿੰਨੇ ਆ, ਹਰ ਇੱਕ ਸ਼ਬਦ ਦੇ ਵੱਖੋ ਵੱਖਰੇ ਅਰਥ ਨੇ। ਜਿਵੇਂ ਸਾਕੇ ਦਾ ਅਰਥ ਹੈ ਵੀ ਜਦੋਂ ਸ਼ਹੀਦ ਹੋਣ ਵਾਲੇ ਨੂੰ ਪਤਾ ਹੋਵੇ ਵੀ ਮੈਂ ਜਿਸ ਧਰਤੀ ਤੇ ਚੱਲਿਆ ਵਾਂ, ਇੱਥੋਂ ਜਿੰਦਾ ਵਾਪਸ ਨਹੀਂ ਆਵਾਂਗਾ,
ਇਹਦੇ ਬਾਵਜੂਦ ਵੀ ਉਸ ਧਰਤੀ ਤੇ ਜਾ ਕੇ ਸ਼ਹਾਦਤ ਦਾ ਜਾਮ ਪੀਵੇ, ਇਹਨੂੰ ਸਾਕਾ ਕਿਹਾ ਜਾਂਦਾ ਹੈ। ਤਾਂ ਹੀ ਤੇ ਕਲਗੀਧਰ ਮਹਾਰਾਜ ਨੇ ਦਸਮ ਬਾਣੀ ਦੇ ਵਿੱਚ ਲਿਖਿਆ ਹੈ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਚਾਂਦਨੀ ਚੌਂਕ ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਗਏ ਤੇ ਮਹਾਰਾਜ ਨੇ ਲਿਖਿਆ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕੱਲੂ ਮੈਂ ਸਾਕਾ। ਜਦੋਂ ਨਨਕਾਣਾ ਸਾਹਿਬ ਸਾਡੇ ਬਜ਼ੁਰਗ ਗਏ, ਪਤਾ ਸੀ ਉਹਨਾਂ ਨੂੰ ਵੀ ਨਰੈਣੂ ਦੀ ਨੀਅਤ ਠੀਕ ਨਹੀਂ ਹੈ, ਉਥੋਂ ਜਿੰਦਾ ਵਾਪਸ ਨਹੀਂ ਆਵਾਂਗੇ, ਫੇਰ ਵੀ ਸਿੱਖ ਗਏ ਔਰ ਉਥੋਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ, ਉਂਗਲ ਕਰਨੀ ਸੌਖੀ ਖਾਲਸਾ ਜੀ, ਪਰ ਇਹਦੀਆਂ ਨੀਹਾਂ 'ਚ ਸਾਡੇ ਬਜ਼ੁਰਗਾਂ ਦਾ ਖੂਨ ਹੈ, ਤਾਂ ਹੀ ਅੱਜ ਇਹ ਸੰਸਥਾਵਾਂ ਨੇ ਸਾਡਾ ਸਰਮਾਇਆ ਸਾਂਭਿਆ ਹੋਇਆ ਹੈ। ਸੋ ਉਹਨੂੰ ਵੀ ਆਪਾਂ ਸਾਕਾ ਨਨਕਾਣਾ ਸਾਹਿਬ ਕਹਿੰਦੇ। ਇਦਾਂ ਹੀ ਸਾਧ ਸੰਗਤ ਘੱਲੂਘਾਰਾ ਸ਼ਬਦ ਹੈ, ਦੋ ਘੱਲੂਘਾਰੇ ਪਹਿਲਾਂ ਵਾਪਰੇ, ਇੱਕ ਸਨ 1746 ਦੇ ਅੰਦਰ, ਇੱਕ ਸਨ 1762 ਦੇ ਅੰਦਰ। ਇੱਕ ਨੂੰ ਨਿੱਕਾ ਘੱਲੂਘਾਰਾ, ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ, ਇੱਕ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਇਹ ਤੀਸਰਾ ਘੱਲੂਘਾਰਾ ਸੀ ਜਿਹੜਾ ਆਜ਼ਾਦ ਭਾਰਤ ਦੇ ਵਿੱਚ ਭਾਰਤੀ ਹਕੂਮਤ ਨੇ, ਭਾਰਤੀ ਫੌਜ ਨੇ ਇੰਦਰਾ ਗਾਂਧੀ ਦੇ ਕਹਿਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਹਮਲਾ ਕੀਤਾ, ਉਦੋਂ ਇਹ ਪਾਵਨ ਬੀੜ ਹਰਮੰਦਰ ਸਾਹਿਬ 'ਚ ਪ੍ਰਕਾਸ਼ ਸੀ ਔਰ ਇਸ ਪਾਵਨ ਬੀੜ ਦੇ ਅੰਦਰ ਗੋਲੀ ਲੱਗੀ। ਅੱਜ ਸੰਗਤਾਂ ਜਿਹੜੀਆਂ ਨੇ ਉਹ ਪਾਵਨ ਬੀੜ ਦੇ ਦਰਸ਼ਨ ਕਰ ਰਹੀਆਂ ਨੇ, ਗੋਲੀ ਨੂੰ ਵੇਖ ਰਹੀਆਂ ਨੇ। ਔਰ ਸਾਧ ਸੰਗਤ ਜੀ, ਮਹਾਰਾਜ ਸਾਹਿਬ ਕਿਰਪਾ ਕਰਨ, ਜਿਸ ਆਦੇਸ਼ ਨੂੰ ਮੁੱਖ ਰੱਖ ਕੇ ਸਾਡੇ ਉਹਨਾਂ ਮਹਾਨ ਯੋਧਿਆਂ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਸ਼ਹੀਦ ਭਾਈ ਅਮਰੀਕ ਸਿੰਘ ਜੀ, ਇਸੇ ਤਰ੍ਹਾਂ ਸ਼ਹੀਦ ਬਾਬਾ ਠਾਰਾ ਸਿੰਘ ਜੀ, ਸ਼ਹੀਦ ਸਰਦਾਰ ਜਰਨਲ ਸ਼ਵੇਕ ਸਿੰਘ ਜੀ ਤੇ ਉਹਨਾਂ ਨਾਲ ਅਣਗਿਣਤ ਸਿੰਘ ਜਿਨ੍ਹਾਂ ਨੇ ਜੋ ਸੁਪਨਾ ਲੈ ਕੇ ਉਹ ਸ਼ਹਾਦਤਾਂ ਦਿੱਤੀਆਂ ਨੇ, ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਅੰਦਰ ਸਾਡੀ ਮਨੋਕਾਮਨਾਵਾਂ ਪੂਰੀ ਹੋਵੇ ਔਰ ਅਸੀਂ ਉਹਨਾਂ ਦੇ ਦਰਸਾਏ ਸ਼ਹੀਦਾਂ ਦੇ ਰਸਤੇ ਤੇ ਚੱਲ ਕੇ ਆਪਣੀ ਕੌਮ ਨੂੰ ਅੱਗੇ ਲਿਜਾ ਸਕੀਏ, ਹੱਕ ਸੱਚ ਦੀ ਜਿਹੜੀ ਆਵਾਜ਼ ਹੈ ਇਹਨੂੰ ਬੁਲੰਦ ਕਰ ਸਕੀਏ। ਸੋ ਆਪ ਸਾਰੀ ਸੰਗਤ ਵਾਰੀ-ਵਾਰੀ ਤੁਰਿਆ ਉਹ ਮੈਂ ਬੇਨਤੀ ਕਰਾਂਗਾ ਕਿ ਦਰਸ਼ਨ ਕਰਕੇ ਨਾਲ ਹੀ ਆਪਾਂ ਬਾਹਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਦਰਬਾਰ ਚੋਂ ਨਿਕਲਦੇ ਜਾਣਾ ਹੈ। ਔਰ ਅਸੀਂ ਕਈ ਵਾਰ ਗੋਲੀ ਨੂੰ ਵੀ ਕਹਿ ਦਿੰਦੇ ਦਰਸ਼ਨ ਹੁੰਦੇ ਨੇ ਮਹਾਰਾਜ ਸਾਹਿਬ ਜੀ ਦੇ। ਗੋਲੀ ਮਤਲਬ ਇਹ ਕਹਿ ਸਕਦੇ ਆ ਵੀ ਉਹ ਖੂਨੀ ਹੱਥ ਹੋਣਗੇ, ਉਹ ਕਿੱਡੇ ਪਾਪੀ ਹੱਥ ਹੋਣਗੇ, ਜਿਨ੍ਹਾਂ ਪਾਪੀ ਹੱਥਾਂ ਦੇ ਨਾਲ ਪਤਾ ਨਹੀਂ ਕਿਸ ਮਸ਼ੀਨ ਗਨ ਚੋਂ ਇਹ ਜਿਹੜੀ ਗੋਲੀ ਆ ਇਹ ਨਿਕਲੀ ਤੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਵਿੱਚ ਵੱਜੀ। ਉਸ ਵੇਲੇ ਫਿਰ ਸ਼ੁਰੂ ਤੋਂ ਲੈ ਕੇ ਵੇਖੋ ਹਰਮੰਦਰ ਸਾਹਿਬ ਦੀ ਇੱਕ ਆਪਣੀ ਮਰਿਆਦਾ ਹੈ, ਵਿਲੱਖਣ ਮਰਿਆਦਾ ਹੈ ਔਰ ਮਰਿਆਦਾ 'ਚ 2 ਦਿਨ ਵਾਸਤੇ ਵਿਘਨ ਪਿਆ। ਸਵੇਰੇ ਜਦੋਂ ਇਸ ਪਾਵਨ ਪਵਿੱਤਰ ਸਥਾਨ ਤੇ ਸੰਗਤਾਂ ਨੂੰ ਦਰਸ਼ਨ ਕਰਾਉਣ ਦੀ ਸ਼ੁਰੂਆਤ ਹੋਈ, ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਰਸਾ ਰਹੇ ਸਨ। 2 ਦਿਨ ਵਾਸਤੇ ਜਿਹੜੀ ਮਰਿਆਦਾ ਸੀ ਉਹਦੀ ਲੰਘਣਾ ਹੋਈ ਤੇ ਮਹਾਰਾਜ ਦਾ ਸੋਖਾਸਨ ਕੋਠਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਹੁੰਦਾ ਹੈ, ਪਰ ਉਦੋਂ ਸੋਖਾਸਨ ਵੀ ਹਰ ਕੀ ਪੌੜੀ ਕਰਨਾ ਪਿਆ। ਉਹ ਸਿੰਘ ਸਾਹਿਬ ਜਿਹੜੇ ਸਨ ਉਸ ਵੇਲੇ ਦੇ, ਗਿਆਨੀ ਪੂਰਨ ਸਿੰਘ ਜੀ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਉਹਨਾਂ ਨੇ ਆਪਣੀਆਂ ਦੁਰਲੱਭ ਸੇਵਾਵਾਂ ਜਿਹੜੀਆਂ ਕੌਮ ਨੂੰ ਬਖਸ਼ੀਆਂ। ਵਧੇਰੇ ਜਾਣਕਾਰੀ ਲਈ ਉਹਨਾਂ ਦਿਨਾਂ ਦਾ ਇਤਿਹਾਸ ਪੜ੍ਹਨਾ ਹੋਵੇ ਤੇ ਸੁਣਨਾ ਹੋਵੇ। ਅੱਜ ਕੱਲ ਪੜ੍ਹਾਈ ਦਾ ਯੁੱਗ ਤੇ ਪੜ੍ਹਨ ਵਾਲਾ ਤੇ ਕੰਮ ਖਤਮ ਹੁੰਦਾ ਜਾ ਰਿਹਾ, ਕਿਤਾਬਾਂ ਸਾਡੇ ਘਰਾਂ 'ਚੋਂ ਗੁੰਮ ਹੋ ਰਹੀਆਂ ਨੇ, ਪਰ ਸੁਣਨ ਦਾ ਯੁੱਗ ਜ਼ਿਆਦਾ ਹੈ ਕਿਉਂਕਿ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ। ਅਸੀਂ ਇੰਟਰਨੈਟ ਤੇ YouTube ਦੇ ਉੱਤੋਂ ਉਹ ਵੀਡੀਓ ਕੱਢ ਕੇ ਜਿਹਦੇ 'ਚ ਗਿਆਨੀ ਪੂਰਨ ਸਿੰਘ ਨੇ ਸਾਰਾ ਦੱਸਿਆ, ਜੋ ਹੱਡੀ ਹਡਾਇਆ ਇਹ ਸਾਕਾ ਹੈ, ਉਹਨੂੰ ਤੁਸੀਂ ਸਰਵਣ ਕਰ ਸਕਦੇ ਹੋ। ਜਦੋਂ ਉੱਥੇ ਬੀੜ ਦੀ ਗੱਲ ਆਊਗੀ ਕਿਸੇ ਵੀ ਇੰਟਰਵਿਊ 'ਚ ਤੇ ਆਪਾਂ ਅੱਜ ਦਰਸ਼ਨ ਕੀਤੇ ਹੋਣਗੇ ਤੇ ਸਾਨੂੰ ਪਤਾ ਹੋਵੇਗਾ ਉਹ ਇਸੇ ਪਾਵਨ ਬੀੜ ਦੀ ਗੱਲ ਹੈ। ਸੋ ਸੰਗਤ ਨੂੰ ਬੇਨਤੀ ਹੈ, ਆਓ ਦਰਸ਼ਨ ਕਰੋ ਤੇ ਨਾਲ ਦੀ ਨਾਲ ਦਰਸ਼ਨ ਕਰਕੇ ਆਪਾਂ ਮਹਾਰਾਜ ਤੋਂ ਖੁਸ਼ੀਆਂ ਵੀ ਲਈ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੰਗਤ ਜੀ ਬੇਨਤੀ ਹੈ ਵੀ ਦਰਸ਼ਨ ਕਰਕੇ ਮਹਾਰਾਜ ਸਾਹਿਬ ਜੀ ਦੇ ਤੇ ਆਪ ਜੀ ਨਾਲ ਦੀ ਨਾਲ ਹੀ ਦੂਸਰੇ ਦਰਵਾਜ਼ੇ ਥਾਣੀ ਮਹਾਰਾਜ ਤੋਂ ਖੁਸ਼ੀਆਂ ਲਈ ਜਾਓ। ਸੋ ਬੇਨਤੀ ਹੈ ਆਪ ਜੀ ਨੇ ਪ੍ਰਵਾਨ ਕਰਨੀ। ਵਾਹਿਗੁਰੂ। ਗੋਲੀ ਸਾਹਿਬ ਦੇ ਮੈਂ ਗੋਲੀ ਸਾਹਿਬ ਕਹਤਾ ਮੈਂ ਗੋਲੀ ਦੇ ਦਰਸ਼ਨ ਦਾ ਰਹੇ ਵੀ ਟੁੱਟ ਨੂੰ ਕਹਿ ਕਰਾਈ ਚੱਲਿਆ ਅੱਛਾ ਗੇੜੇ ਦੀਆਂ ਤੇ ਸੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਾਵਨ ਸਰੂਪ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ, ਇਹ ਉਹ ਪਾਵਨ ਸਰੂਪ ਹੈ ਜੋ 4 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਸੀ। ਜਦੋਂ 1984 ਦਾ ਘੱਲੂਘਾਰਾ ਵਾਪਰਿਆ, 4 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਹੋਇਆ। ਜਿਹੜੇ ਸਿੰਘ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਸ੍ਰੀ ਦਰਬਾਰ ਸਾਹਿਬ ਆਏ ਸਨ, ਉਹ ਗੁਰੂ ਸਾਹਿਬਾਨ ਜਿਹੜੇ ਤੱਤੀ ਤਵੀ ਤੇ ਬੈਠ ਕੇ ਵੀ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦੇ ਨੇ ਕਿ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਉਸ ਪਾਵਨ ਗੁਰੂ ਸਾਹਿਬਾਨ ਦੇ ਸ਼ਹੀਦੀ ਗੁਰਪੁਰਬ ਦੇ ਸਮੇਂ ਜਿੱਥੇ ਵੀ ਸਿੱਖ ਵਸਦਾ ਹੈ, ਉਹ ਸੰਸਾਰ ਦੇ ਭਲਾਈ ਲਈ, ਮਨੁੱਖਤਾ ਦੇ ਭਲਾਈ ਲਈ ਛਬੀਲਾਂ ਲਾਉਂਦਾ ਹੈ। ਪਰ ਸੰਗਤ ਜੀ, ਇਹ ਉਹ ਮੌਕਾ ਸੀ ਜਦੋਂ ਭਾਰਤ ਦੀ ਜ਼ਾਲਮ ਹਕੂਮਤ ਵੱਲੋਂ, ਫੌਜੀਆਂ ਵੱਲੋਂ, ਜਦੋਂ ਸੰਗਤਾਂ ਪਾਣੀ ਮੰਗਦੀਆਂ ਨੇ, ਉਹਨਾਂ ਨੂੰ ਪਾਣੀ ਪੀਣ ਲਈ ਨਹੀਂ ਦਿੱਤਾ ਜਾਂਦਾ। ਜਿਹੜੀ ਟੈਂਕੀ ਤੋਂ ਗੁਰੂ ਨਾਨਕ ਨਿਵਾਸ, ਗੁਰੂ ਰਾਮਦਾਸ ਨਿਵਾਸ ਪਾਣੀ ਦੀ ਸਪਲਾਈ ਸੀ, ਉਹ ਪਾਣੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ। ਸਿੱਖ ਤੇ ਸਰਬੱਤ ਦਾ ਭਲਾ ਮੰਗਦਾ ਹੈ, ਕੱਲਾ ਮੰਗਦਾ ਨਹੀਂ, ਕਰਦਾ ਵੀ ਹੈ। ਜਲ ਰਾਹੀਂ ਸੇਵਾ, ਲੰਗਰਾਂ ਰਾਹੀਂ ਸੇਵਾ, ਅੱਜ ਆਕਸੀਜਨ ਰਾਹੀਂ ਸੇਵਾ ਵੀ ਕਰ ਰਿਹਾ ਹੈ। ਪਰ ਵੇਖੋ, ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਜਦੋਂ ਭੈਣਾਂ ਨੇ ਆਪਣੇ ਬੱਚਿਆਂ ਦੇ ਲਈ ਪਾਣੀ ਮੰਗਿਆ, ਇਹਨਾਂ ਫੌਜੀਆਂ ਨੇ ਉਹਨਾਂ ਨੂੰ ਪਾਣੀ ਪੀਣ ਲਈ ਨਹੀਂ ਦਿੱਤਾ। ਕਦੇ ਆਪਾਂ ਭਾਈ ਕਨ੍ਹਈਏ ਜੀ ਦਾ ਇਤਿਹਾਸ ਪੜ੍ਹਦੇ ਹਾਂ ਕਿ ਉਹ ਮੁਸਲਮਾਨ ਵੀਰਾਂ ਨੂੰ ਵੀ ਪਾਣੀ ਪਿਆ ਰਹੇ ਨੇ ਜੰਗੇ ਮੈਦਾਨ ਦੇ ਅੰਦਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਿਕਾਇਤ ਕੀਤੀ ਗਈ ਕਿ ਸੱਚੇ ਪਾਤਸ਼ਾਹ, ਅਸੀਂ ਦੁਸ਼ਮਣਾਂ ਨੂੰ ਮਾਰਦੇ ਹਾਂ, ਭਾਈ ਕਨ੍ਹਈਆ ਜੀ ਪਾਣੀ ਪਿਆ ਪਿਆ ਕੇ ਸੁਰਜੀਤ ਕਰੀ ਜਾਂਦੇ ਨੇ, ਜਿੰਦਾ ਕਰੀ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਲ ਬੁਲਾਇਆ, ਕਹਿਣ ਲੱਗੇ, ਭਾਈ ਕਨ੍ਹਈਆ ਜੀ, ਤੁਹਾਡੀ ਸਿੰਘ ਸ਼ਿਕਾਇਤ ਕਰਦੇ ਨੇ, ਤੁਸੀਂ ਦੁਸ਼ਮਣਾਂ ਨੂੰ ਪਾਣੀ ਕਿਉਂ ਪਿਆਉਂਦੇ ਹੋ? ਭਾਈ ਕਨ੍ਹਈਆ ਜੀ ਆਏ, ਉਹਨਾਂ ਦੇ ਹੱਥ ਜੁੜ ਗਏ, ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਮੇਰੀ ਬੇਨਤੀ ਸੁਣੋ। ਜੋ ਉਹਨਾਂ ਨੇ ਕਿਹਾ, ਉਹ ਕਵੀਆਂ ਨੇ ਬੜਾ ਸੋਹਣਾ ਲਿਖਿਆ ਕਿ ਮੇਰੇ ਪਾਤਸ਼ਾਹ ਸਾਰੇ ਮੈਦਾਨ ਅੰਦਰ, ਤੈਥੋਂ ਬਾਅਦ ਕੋਈ ਦੂਜਾ ਨਜ਼ਰ ਆਇਆ ਹੀ ਨਹੀਂ। ਜਿੱਥੇ ਚੋਵਾਂ ਪਾਣੀ ਤੇਰਾ ਮੂੰਹ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ।
ਮੈਂ ਜਿੱਥੇ ਵੀ ਪਾਣੀ ਚੋਂਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਮੁਖੜਾ ਦਿਖਾਈ ਦਿੰਦਾ ਹੈ। ਮੈਂ ਕਿਸੇ ਗੈਰ ਦੇ ਮੂੰਹ ਦੇ ਵਿੱਚ ਪਾਣੀ ਨਹੀਂ ਪਾਉਂਦਾ। ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੈਨੇ ਦੁਈ ਦਾ ਪਾਠ ਪੜਾਇਆ ਹੀ ਨਹੀਂ। ਇੱਕ ਹੱਥ ਖੰਡਾ ਇੱਕ ਹੱਥ ਅੰਮ੍ਰਿਤ ਕਿਸੇ ਹੋਰ ਨੇ ਇਦਾਂ ਪਿਲਾਇਆ ਹੀ ਨਹੀਂ। ਇਹ ਤੇ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਉਹ ਇੱਕ ਹੱਥ ਵਿੱਚ ਖੰਡਾ ਫੜਾ ਦਿੰਦੇ ਹੋ, ਦੂਜੇ ਹੱਥ ਵਿੱਚ ਮਸ਼ਕ ਫੜਾ ਦਿੰਦੇ ਹੋ। ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੇ ਖੁਸ਼ ਹੋਏ, ਕਹਿਣ ਲੱਗੇ ਭਾਈ ਕਨ੍ਹਈਆ ਜੀ ਅੱਜ ਤੋਂ ਬਾਅਦ ਮਲਮ ਪੱਟੀ ਵੀ ਕਰ ਦਿਆ ਕਰੋ। ਪਰ ਵੇਖੋ ਜੂਨ 1984 ਬੱਚਿਆਂ ਵਾਸਤੇ ਭੈਣਾਂ ਨੇ ਪਾਣੀ ਮੰਗਿਆ, ਪਾਣੀ ਨਹੀਂ ਦਿੱਤਾ ਗਿਆ। CRP ਵਾਲੇ ਜਿਹੜੇ ਜਵਾਨ ਸਨ, ਜਿਹੜੇ ਬੱਚੇ ਵਾਸਤੇ ਪਾਣੀ ਮੰਗਿਆ ਗਿਆ, ਪਟਕਾ ਕੇ ਉਹਨੂੰ ਫਰਸ਼ ਤੇ ਮਾਰ ਕੇ ਹਮੇਸ਼ਾ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਉਹ ਵਾਰਤਾ ਸੁਣਾਉਣੀ ਚਾਹੁੰਦਾ ਹਾਂ ਕਿਉਂਕਿ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ। ਇਹ ਉਹ ਪਾਵਨ ਸਰੂਪ ਹੈ ਜੋ 4 ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਸੀ। ਜਦੋਂ ਗੋਲੀ